ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਆਦਰਨੀ ਅਧਿਕਸ਼ ਸ਼੍ਰੀ ਵਿਜੇ ਸ਼ਰਮਾ ਜੀ, ਪ੍ਰਦੇਸ਼ ਦੇ ਪ੍ਰਕੋਸ਼ਠਾਂ ਦੇ ਅਧਿਕਸ਼ ਰਕੇਸ਼ ਜੀ ਔਰ ਮੰਡਲ ਦੇ ਅਧਿਕਸ਼ ਰਾਜਕੁਮਾਰ ਸ਼ਰਮਾ ਜੀ ਇਹਦੇ ਵਿੱਚ ਹਾਜ਼ਰ ਨੇ। ਮਹਾਮੰਤਰੀ ਜ਼ਿਲ੍ਹੇ ਦੇ ਸੁਰੇਸ਼ ਸ਼ਰਮਾ ਜੀ ਦੇ ਨਾਲ ਆਪਾਂ ਜਿਹੜੀ ਬੇਨਤੀ ਪ੍ਰੈਸ ਦੇ ਮਿੱਤਰਾਂ ਨੂੰ ਅੱਜ ਕੀਤੀ ਹੈ ਕਿ ਜਿਹੜਾ 1 ਫਰਵਰੀ ਨੂੰ ਬਜਟ ਨਿਰਮਲਾ ਸੀਤਾਰਮਨ ਜੀ ਨੇ ਪ੍ਰਧਾਨ ਮੰਤਰੀ ਆਦਰਨੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਹੇਠਾਂ ਪੇਸ਼ ਕੀਤਾ ਹੈ, ਇਹ ਇਸ ਕਾਲ ਦੀ ਸਰਕਾਰ ਦਾ ਆਖਰੀ ਬਜਟ ਸੀਗਾ, ਪੂਰਨ ਬਜਟ ਸੀਗਾ। ਔਰ ਇਸ ਬਜਟ ਦੇ ਵਿੱਚ ਮੈਂ ਇਸ ਬਜਟ ਨੂੰ ਨਾ ਕੇਵਲ ਇਤਿਹਾਸਿਕ, ਕ੍ਰਾਂਤੀਕਾਰੀ व ਹਰ ਵਰਗ ਦੇ ਲਈ ਸਮਾਵੇਸ਼ ਕਰਨ ਵਾਲਾ ਔਰ ਹਰ ਵਰਗ ਦੇ ਲਈ ਬਹੁਤ ਕੁਝ ਦੇਣ ਵਾਲਾ ਔਰ ਭਾਰਤ ਸੰਪੰਨ ਬਣੇ, ਸਮਰਿੱਧ ਬਣੇ, ਸਟਰੋਂਗ ਬਣੇ, उस दिशा के अंदर इस देश चले, ये करन वाला है। और जिस लैवल के उपर इस बजट का साइज़ हो गया और जिन्ने पैसे इस बजट ने हर वर्ग के लिए रखे है, मैं समझना कि उस कारण ये इतिहासिक बजट है। ये बजट केवल 1 साल का बजट नहीं है। इस बजट के अंदर जोड़े प्रोविजनस है उसका असर आने वाले 25-50 सालों तक वेख्या जाएगा। मैं हुणे गल की कि 10 लाख करोड़ ਇਹ ਕੈਪੀਟਲ ਐਕਸਪੈਂਡੀਚਰ ਦੇ ਤੌਰ ਦੇ ਉੱਪਰ ਖਰਚ ਹੋਣਾ। ਇਹ ਕੈਪੀਟਲ ਐਕਸਪੈਂਡੀਚਰ ਹਰ ਇੱਕ ਬ੍ਰਾਂਚ, ਚਾਹੇ ਉਹ ਨੈਸ਼ਨਲ ਹਾਈਵੇ ਹੋਏ, ਹੈਲਥ ਹੋਏ, ਐਜੂਕੇਸ਼ਨ ਹੋਏ, ਹੋਰ ਐਸੇ ਏਰੀਆਜ਼ ਜਿਹਦੇ ਵਿੱਚ ਜਿਹੜਾ ਉਹਦੇ ਵਿੱਚ ਡੈਮਸ ਵੀ ਬਣਨਗੇ, ਉਹਦੇ ਵਿੱਚ ਸਕੂਲ, ਕਾਲਜਿਸ, ਨਵੇਂ ਵੱਡੇ ਇੰਸਟੀਚਿਊਟਸ, ਆਲ ਇੰਡੀਆ ਇੰਸਟੀਚਿਊਟਸ, ਮੈਡੀਕਲ ਕਾਲਜਿਸ, ਇਹ ਸਭ ਲੋਕ ਜਿਸਲੇ ਇਹ ਹਿੰਦੁਸਤਾਨ ਦੇ ਅੰਦਰ ਆਣਗੇ ਤੇ ਮੈਂ ਸਮਝਦਾ ਕਿ ਕਾਇਆਕਲਪ ਹੋਣ ਦੀ ਜਿਹੜੀ ਸਥਿਤੀ ਉਹ ਸਾਡੇ ਇਸ ਮੁਲਕ ਦੀ ਹੋਏਗੀ। ਔਰ PM ਆਵਾਸ ਯੋਜਨਾ ਦੇ ਅੰਦਰ 79,000 ਕਰੋੜ ਔਰ ਇਹ ਜਿਹੜਾ 10 ਲੱਖ ਕਰੋੜ ਦਾ ਬਜਟ ਰੱਖਿਆ ਹੈ, ਇਹ ਪਿਛਲੇ ਵਰਸ਼ ਨਾਲੋਂ 33% ਜ਼ਿਆਦਾ ਹੈ। ਇਹਦਾ ਕਿੰਨਾ ਅਸਰ ਹੋਏਗਾ ਤੁਸੀਂ ਕਲਪਨਾ ਕਰ ਸਕਦੇ ਹੋ। PM ਆਵਾਸ ਯੋਜਨਾ ਦੇ ਅੰਦਰ 79,000 ਕਰੋੜ ਜਿਹੜਾ ਹੈਗਾ ਇਹ ਇਸ ਵਰਸ਼ ਦੇ ਲਈ ਰੱਖਿਆ ਗਿਆ। ਇਹ ਪਿਛਲੇ ਸਾਲ ਨਾਲੋਂ 66% ਜ਼ਿਆਦਾ ਹੈ। ਅਸੀਂ 80 ਕਰੋੜ ਲੋਕਾਂ ਨੂੰ 1 ਸਾਲ ਹੋਰ ਮੁਫਤ ਅਨਾਜ ਦਸੰਬਰ 2023 ਤੱਕ ਦੇਣ ਵਾਲੇ ਹਾਂ। ਇਹ ਇਸ ਬਜਟ ਦੀ ਬਹੁਤ ਵੱਡੀ ਖੂਬਸੂਰਤੀ ਹੈ ਤਾਂ ਕਿ ਆਖਰੀ ਲਾਈਨ ਦੇ ਵਿੱਚ ਬੈਠਾ ਹੋਇਆ ਵਿਅਕਤੀ ਆਪਣੇ ਆਪ ਨੂੰ ਇਸ ਸਰਕਾਰ ਦੇ ਨਾਲ ਜੋੜ ਕੇ ਵੇਖ ਸਕੇ। ਇਹ ਇੱਕ ਬੜਾ ਸਾਰਥਕ ਪ੍ਰਯਾਸ ਕੀਤਾ ਹੈ ਨੌਜਵਾਨਾਂ ਦੇ ਲਈ, ਜਿੱਥੇ ਇੰਟਰਨੈਸ਼ਨਲ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਚੌਥੀ ਚਰਨ ਜਿਹੜਾ ਹੈਗਾ ਇਸ ਵਾਰੀ ਖੋਲ੍ਹਿਆ ਔਰ ਐਸੇ ਏਰੀਆਜ਼ ਦੇ ਵਿੱਚ ਸਕਿੱਲ ਡਿਵੈਲਪਮੈਂਟ ਕੀਤੀ ਜਾਏਗੀ ਜਿਹਦੇ ਵਿੱਚ ਰੋਬੋਟਿਕਸ, ਮੈਕਟ੍ਰੋਨਿਕਸ, ਹੋਰ ਐਸੇ ਡਰੋਨਸ ਦਾ ਏਰੀਆ ਜਿਹੜਾ ਪੂਰਾ ਦੁਨੀਆ ਦੇ ਵਿੱਚ ਜੇ ਨੌਜਵਾਨਾਂ ਦੀ ਜਿਸ ਖੇਤਰ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਹੈ ਔਰ ਉਹਨਾਂ ਦੀ ਵੈਲਿਊ ਵੱਧ ਸਕਦੀ ਹੈ। ਇਹ ਇੱਕ ਪ੍ਰਯਾਸ ਜਿਹੜਾ ਹੈਗਾ ਇਸ ਬਜਟ ਦੇ ਰਾਹੀਂ ਕੀਤਾ ਗਿਆ। ਕਿਸਾਨੀ ਖੇਤਰ ਦੇ ਅੰਦਰ ਮੈਂ ਸਮਝਦਾ ਕਿ ਰਿਸਰਚ ਦੇ ਰਾਹੀਂ, ਡਿਜੀਟਲ ਮਾਰਕੀਟਿੰਗ ਦੇ ਰਾਹੀਂ, ਟੈਕਨੋਲੋਜੀ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਕਿਸਾਨ ਨੂੰ ਆਪਣੀ ਫਸਲ ਦੀ ਵੱਧ ਕੀਮਤ ਮਿਲ ਸਕਦੀ ਹੈ, ਸਟੋਰੇਜ ਫੈਸਿਲਿਟੀ ਨੂੰ ਵਧਾ ਕੇ, ਹਾਰਟੀਕਲਚਰਲ ਪ੍ਰੋਡਿਊਸ ਦੇ ਅੰਦਰ 2200 ਕਰੋੜ ਰੁਪਏ ਰੱਖ ਕੇ ਬਹੁਤ ਸਾਰੇ ਹੋਰ ਐਸੇ ਪਲਾਂਟਸ ਲਗਾਉਣ ਦੇ ਨਾਲ ਜੋ ਫਾਇਦਾ ਮਿਲ ਸਕਦਾ ਹੈ। ਔਰ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਐਗਰੀਕਲਚਰ ਦੇ ਫੀਲਡ ਦੇ ਵਿੱਚ ਸਟਾਰਟਅਪਸ 6000 ਕਰੋੜ ਰੁਪਏ ਉਸ ਕੰਮ ਦੇ ਲਈ ਰੱਖਿਆ। ਮੈਂ ਸਮਝਦਾ ਕਿ ਕਿਸਾਨੀ ਦੇ ਖੇਤਰ ਦੇ ਵਿੱਚ ਵੀ ਇਹ ਬਜਟ ਮੀਲ ਪੱਥਰ ਸਾਬਤ ਹੋਏਗਾ। ਬਹੁਤ ਸਾਰੇ ਲੋਕ ਪੁਰਾਣੀਆਂ ਕਨਜ਼ਰਵੇਟਿਵ ਟ੍ਰੈਡੀਸ਼ਨਲ ਫਸਲਾਂ ਨੂੰ ਛੱਡ ਕੇ ਹਾਰਟੀਕਲਚਰ, ਦੂਸਰੇ ਔਰਨਾਮੈਂਟਲ ਪਲਾਂਟਸ ਔਰ ਡਿਜੀਟਲ ਮਾਰਕੀਟਿੰਗ ਦੀ ਮਦਦ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਬਹੁਤ ਵੱਡਾ ਵਾਧਾ ਹੋਏਗਾ। ਇੰਡਸਟਰੀ ਦੇ ਲਈ 9000 ਕਰੋੜ ਦਾ ਇੱਕ ਕਾਰਪਸ, ਇੰਡਸਟਰੀ ਦੇ ਲਈ 9000 ਕਰੋੜ ਦਾ ਕਾਰਪਸ, ਜਿਹਦੇ ਵਿੱਚ 2 ਲੱਖ ਕਰੋੜ ਦੇ ਲੋਨਸ ਬਿਨਾਂ ਕਿਸੇ ਕੋਲੈਟਰਲ ਦੇ, ਬਿਨਾਂ ਕਿਸੇ ਸਿਕਿਉਰਿਟੀ ਦੇ ਦਿੱਤੇ ਜਾਣਗੇ ਔਰ ਉਹਦੇ ਇੰਟਰਸਟ ਦੇ ਵਿੱਚ ਵੀ 1% ਦੀ ਕਟੌਤੀ ਹੋਏਗੀ। ਇਹ ਵੀ ਇੱਕ ਇੰਡਸਟਰੀ ਦੇ ਖੇਤਰ ਦੇ ਵਿੱਚ ਮੀਲ ਪੱਥਰ ਸਾਬਤ ਹੋਏਗਾ। 740 ਨਵੇਂ ਇਕਲਵਯ ਸੈਂਟਰ ਖੋਲ੍ਹੇ ਜਾਣੇ, ਸਕੂਲ, ਇਕਲਵਯ ਸਕੂਲ। ਮੈਂ ਸਮਝਦਾ ਪਠਾਨਕੋਟ ਨੂੰ ਵੀ ਇੱਕ ਜ਼ਰੂਰ ਜਿਹੜਾ ਹੈਗਾ, ਅਸੀਂ ਤਾਂ 545 ਜਾਂ 50 ਜ਼ਿਲ੍ਹੇ ਜਿਹੜੇ ਹੈਗੇ ਹੁਣ ਥੋੜ੍ਹੇ ਵੱਧ ਗਏ ਹੈ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਹਾਂ। ਹੋ ਸਕਦਾ ਸਾਡੇ ਇਸ ਇਲਾਕੇ ਦੇ ਇਸ ਏਰੀਏ ਦੇ ਅੰਦਰ 2 ਵੀ ਇਕਲਵਯ ਸਕੂਲ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਦੇ ਹੋਣਗੇ। 38,000 ਤੋਂ ਵੱਧ ਟੀਚਰਸ ਔਰ ਸਟਾਫ ਦੀ ਭਰਤੀ ਉਹਨਾਂ ਦੇ ਵਿੱਚ ਹੋਏਗੀ। ਮੈਂ ਸਮਝਦਾ ਕਿ ਇਹ ਹਰ ਵਰਗ ਦੇ ਲਈ ਔਰ ਹਰ ਤਰੀਕੇ ਦੇ ਲੋਕਾਂ ਦੇ ਲਈ, ਮੱਧਮ ਵਰਗ ਦੇ ਲਈ ਟੈਕਸ ਦੇ ਵਿੱਚ ਜਿਹੜੀ ਛੂਟ ਦਿੱਤੀ ਗਈ ਹੈ ਉਹ ਵੀ ਇੱਕ, ਅਗਰ ਤੁਸੀਂ ਦੇਖੋ ਉਹਦਾ ਬਹੁਤ ਵੱਡਾ ਵਾਧਾ ਇੱਕ ਸੇਵਿੰਗਸ ਦੇ ਖੇਤਰ ਦੇ ਵਿੱਚ ਜ਼ਿਆਦਾ ਪੈਸੇ
ਹਰ ਇੱਕ ਵਿਅਕਤੀ ਦੇ ਕੋਲ ਖਰਚ ਕਰਨ ਦੇ ਲਈ ਜਿਸਲੇ ਪੈਸਾ ਖਰਚ ਕਰਨਾ ਜ਼ਿਆਦਾ ਹੋਏਗਾ ਤਾਂ ਮੈਂ ਸਮਝਦਾ ਕਿ ਇਸ ਦੇਸ਼ ਦੀ ਤਰੱਕੀ ਜਿਹੜੀ ਹੈਗੀ ਹੈ ਉਹ ਜ਼ਰੂਰ ਹੋਏਗੀ। ਮੈਂ ਇਸ ਬਹੁਤ ਹੀ ਵਧੀਆ ਇਤਿਹਾਸਿਕ ਔਰ ਕ੍ਰਾਂਤੀਕਾਰੀ ਬਜਟ ਦੇ ਲਈ ਇਸ ਦੇਸ਼ ਦੇ ਆਦਰਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਦਿੰਦਾ ਔਰ ਉਹਨਾਂ ਦੀ ਲੀਡਰਸ਼ਿਪ ਹੇਠਾਂ ਜਿਹੜੀ ਮਾਨਯ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਉਹ ਵਾਕਈ ਇਸ ਦੇਸ਼ ਨੂੰ ਬਹੁਤ ਉन्नति और तरक्की की राह पे लेके जाने वाला है। पंजाब से जो है वो निशाना साध रहे हैं कि क्या ये कोई बजट है, क्या कहेंगे? विपक्ष जो है वो फेंकती हुई नजर आ रही है भाजपा को। क्या सीएम मान जो है पंजाब के चीफ मिनिस्टर वो निशाना साध रहे हैं, वो कह रहे हैं कि क्या ये कोई बजट है? देखिए विपक्ष तो क्या ये कहना क्या काफ़ी है कि ये क्या बजट है? मैं आपको बताता हूँ पंजाब के लिए क्या है। रेलवे ने जिथे 2,40,000 करोड़ रुपया जड़ा है ਉਹ ਆਪਣੀ ਐਕਸਪੈਂਸ਼ਨ ਦੇ ਲਈ ਔਰ ਅਪਗ੍ਰੇਡੇਸ਼ਨ ਦੇ ਲਈ ਰੱਖਿਆ ਉਹਦੇ ਵਿੱਚੋਂ 4722 करोड़ रुपया आज ਦੀ खबर है ਉਹਦੀ डिटेल है। कैसे कह सकते हैं सिर्फ कहने के लिए कोई चीज़ कहना, कहने के लिए कोई चीज़ कहना। ਗੱਲ ਦਾ ਜਵਾਬ ਦੇ ਰਹੇ ਹੋ, ਬਹੁਤ ਪੈਸੇ ਰੱਖਿਆ, ਬਜਟ ਬਹੁਤ ਵਧੀਆ। हाँ जी ਲੇਕਿਨ ਸਾਡੇ ਪੰਜਾਬ ਵਾਸਤੇ, ਸਾਡੇ ਡਿਸਟ੍ਰਿਕਟ ਵਾਸਤੇ ਐਮਪੀ ਸਾਹਿਬ ਕਿੱਥੇ ਨੇ? ਕਿਹੜਾ ਪੈਸਾ ਲਿਆਊ ਸਾਡੇ ਡਿਸਟ੍ਰਿਕਟ ਵਾਸਤੇ? ਉਹ ਕੌਣ ਲਿਆਏਗਾ ਜਿੱਦਾਂ ਤੁਸੀਂ ਦੱਸ ਰਹੇ ਹੋ? ਨਹੀਂ ਮੇਰੀ ਇੱਕ ਮਿੰਟ ਗੱਲ ਸੁਣੋ। ਉਹ ਅਲੱਗ ਅਸੀਂ ਪਹਿਲੇ ਜਿਹੜੀ ਗੱਲ ਕਰ ਰਹੇ ਹਾਂ ਵਿਸ਼ੇ ਤੁਹਾਡਾ ਅਲੱਗ ਹੈ। ਮੇਰਾ ਐਸਾ ਕਹਿਣਾ ਹੈ ਕਿ 4722 ਕਰੋੜ ਰੁਪਇਆ ਰੇਲਵੇ ਦੀ ਅਪਗ੍ਰੇਡੇਸ਼ਨ ਜਿਹਦੇ ਵਿੱਚ ਪਠਾਨਕੋਟ ਔਰ ਪਠਾਨਕੋਟ ਛਾਵਨੀ ਦੋਨੋਂ ਸਟੇਸ਼ਨ ਜਿਹੜੇ ਉਹ ਅਪਗ੍ਰੇਡ ਹੋਣੇ ਆ, ਇਹਦੇ ਵਿੱਚ ਨਿਊ ਰੇਲ ਲਾਈਨਸ ਬਣਨੀਆਂ ਹੈ, ਇਹਦੇ ਵਿੱਚ ਨਈ ਟੈਕਨੋਲੋਜੀ ਦੇ ਨਾਲ ਰੇਲ ਜਿਹੜੀ ਸਪੀਡ 70-80 ਹੁੰਦੀ ਸੀ ਆਉਣ ਵਾਲੇ ਸਮੇਂ 'ਚ 130 ਤਾਂ ਹੋ ਗਈ ਹੈ, 180 ਤੱਕ ਹੋ ਕੇ ਜਾਣੀ ਹੈ। ਸੋ ਮੇਰਾ ਐਸਾ ਕਹਿਣਾ ਹੈ ਕਿ ਇਹ ਹਰ ਪ੍ਰਦੇਸ਼ ਦੇ ਲਈ ਔਰ ਸਟੇਟ ਦਾ ਬਜਟ ਅਲੱਗ ਹੁੰਦਾ। ਮੈਂ ਇੱਕ ਹੋਰ ਗੱਲ ਤੁਹਾਨੂੰ ਕਰ ਰਿਹਾ, ਸਟੇਟ ਦਾ ਬਜਟ ਅਲੱਗ ਹੁੰਦਾ। ਸਟੇਟ ਨੇ ਆਪਣੇ ਏਰੀਆਜ਼ ਦੇ ਲਈ ਅਲੱਗ ਪੈਸਿਆਂ ਦਾ ਪ੍ਰਾਵਧਾਨ ਕਰਨਾ। ਇਹ ਤੇ ਜੋ ਕੇਂਦਰ ਦੀ ਜ਼ਿੰਮੇਵਾਰੀ ਹੈਗੀ ਹੈ ਉਹਦੇ ਦੀ ਗੱਲ ਮੈਂ ਕਰ ਰਿਹਾ। ਬਹੁਤ ਕੁਝ ਜਿਹੜਾ ਹੈਗਾ ਇਸ ਬਜਟ ਦੇ ਵਿੱਚ ਹਰ ਪ੍ਰਦੇਸ਼ ਦੇ ਲਈ, ਹਰ ਵਰਗ ਦੇ ਲਈ, ਹਰ ਇਨਕਮ ਦੇ ਗਰੁੱਪ ਦੇ ਲਈ ਇਸ ਬਜਟ ਦੇ ਉੱਪਰ ਵਿੱਚ ਹੈ। ਸਭ ਬਜਟ ਤੇ ਹੀ ਚਰਚਾ ਕਰ ਰਹੇ ਹਾਂ। ਘਰ ਨਾਲ ਸੰਬੰਧਿਤ ਸਵਾਲ ਜਿਹੜਾ ਸਿਲੰਡਰ 350-400 ਰੁਪਏ ਦੇ ਕਰੀਬ ਮਿਲਦਾ ਸੀ, ਅੱਜ 1100 ਕੁਛ ਰੁਪਏ ਸਿਲੰਡਰ ਔਰ ਸਬਸਿਡੀ ਜਿਹੜੀ ਹੈ ਸਿਰਫ 20 ਰੁਪਏ ਦਿੱਤੀ ਜਾ ਰਹੀ ਹੈ। ਦੇਖिए मैं ਉਹਦਾ ਜਵਾਬ ਪਹਿਲੇ ਵੀ ਦੇ ਚੁੱਕਾ। ਇਹਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਫੈਕਟਰਸ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਆ। ਇਸ ਕਾਰਨ ਕੁਝ ਚੀਜ਼ਾਂ ਦੀ ਜਿਹੜੀ ਕੀਮਤ ਵਧੀ ਹੈ, ਪਰ ਮੈਂ ਇੱਕ ਗੱਲ ਤੁਹਾਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਸਾਡੇ ਦੇਸ਼ ਦੇ ਵਿੱਚ ਪੈਟਰੋਲੀਅਮ ਪ੍ਰੋਡਕਟਸ ਦੀ ਕੀਮਤ ਦਾ ਵਾਧਾ ਸਾਰੇ ਮੁਲਕਾਂ ਨਾਲੋਂ ਬਹੁਤ ਘੱਟ ਜੇ। ਅੱਜ ਪਾਕਿਸਤਾਨ ਦੇ ਅੰਦਰ 250 ਰੁਪਏ ਦਾ ਲੀਟਰ ਪੈਟਰੋਲ ਮਿਲ ਰਿਹਾ। ਇਸ ਲਈ सर देश के 80% अन्नदाताओं को एक आशा थी, उम्मीद थी इस बजट से कि एमएसपी जो है वो दोगुनी की जाएगी और खाद में भी सब्सिडी जो है वो मिल जाएगी, लेकिन उम्मीदों पर पानी फिरता हुआ कहीं ना कहीं देखिए महक जी, मैं हुणे बड़ी विस्तार ਦੇ ਨਾਲ ਚਰਚਾ ਜਿਹੜੀ ਹੈਗੀ ਇਸ ਵਿਸ਼ੇ ਦੇ ਉੱਪਰ ਕੀਤੀ, ਬਲਕਿ ਮੈਂ ਡਿਟੇਲ ਚਾਣ ਤੋਂ ਪਹਿਲੇ ਕੀਤੀ ਕਿ ਕਿਸਾਨ ਨੂੰ ਐਮਐਸਪੀ ਦੇ ਵਿੱਚ ਵਾਧਾ ਕਰਨ ਨਾਲ ਫਾਇਦਾ ਥੋੜਾ ਹੋਣਾ ਹੈ। ਇਹ ਜਿਹੜੀ ਅਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਇਸ ਬਜਟ ਦੇ ਅੰਦਰ ਆਈ ਹੈ, ਜਿਹੜੀ ਡਾਈਵਰਸਿਫਿਕੇਸ਼ਨ ਦੀ ਗੱਲ ਆਈ ਹੈ ਔਰ ਜਿਹੜੀ ਗੱਲ ਉਹਨਾਂ ਨੂੰ ਨਵੇਂ ਮੌਕੇ ਦੇਣ ਦੇ ਵਿੱਚ ਕਿਸਾਨੀ ਦੇ ਵਿੱਚ ਆਈ ਹੈ, ਉਹਨਾਂ ਨੂੰ ਇਸ ਤੋਂ ਲਾਭ ਬਹੁਤ ਜ਼ਿਆਦਾ ਹੋਣ ਵਾਲਾ। प्रधानमंत्री नरेंद्र मोदी ने कहा था कि घर घर जाकर जो है वो बजट पूछा जाएगा कि क्या कुछ उम्मीदें हैं आपको, क्या कुछ बजट में रखना चाहिए, लेकिन अब किसान जो कह रहे हैं वो 80%, आपको भी पता है देश के अन्नदाता हैं, और वो कह रहे हैं कि एमएसपी दोगुनी नहीं की गई, उम्मीदों पर पानी जो है वो कहीं ना कहीं फिरता हुआ नजर आ रहा है। क्या उनसे पूछा नहीं गया किसानों से? देखिए बिल्कुल हर एक के सुझाव लेके आपको पता होना चाहिए कि हर एक के सुझाव लेके और ਉਹਨੂੰ ਜਿਸ ਤਰੀਕੇ ਨਾਲ ਸੰਭਵ ਹੁੰਦਾ ਉਸ ਸੁਝਾਵਾਂ ਨੂੰ ਬਜਟ ਦੇ ਵਿੱਚ ਇੰਪਲੀਮੈਂਟ ਕੀਤਾ ਜਾਂਦਾ। ਐਸਾ ਹੀ ਕੀਤਾ ਗਿਆ ਹੈਗਾ, ਲੇਕਿਨ ਇਹਦੇ ਵਿੱਚ ਜਿਹੜੀ ਗੱਲ ਆਂਦੀ ਹੈ ਹਾਲੀ ਬਹੁਤ ਸਮੇਂ ਹੈ, ਬਜਟ ਪਾਸ ਹੋਣ ਦੇ ਵਿੱਚ ਵੀ ਸਮੇਂ ਹੈਗਾ, ਬਹੁਤ ਸਾਰੀਆਂ ਚੀਜ਼ਾਂ ਦਾ ਉਹਦੇ ਵਿੱਚ ਸਕੋਪ ਰਹਿੰਦਾ। 50 एयरपोर्ट बनाने की बात हाँ 50 एयरपोर्ट क्या विपक्ष के द्वारा ये निशाना साधा गया है कि 50 एयरपोर्ट बना तो दिए जाएंगे लेकिन वो अडानी को दे दिए जाएंगे? ये अडानी देखिए आप मेरी बात समझें। कोई भी व्यक्ति जो कोई उद्योग लगाता है, बिजनेस करता है, चाहे वो एयरपोर्ट लेता है, बात समझे, चाहे वो कोई भी काम करता है, उसमें कितने 100 लोगों को जो है वो रोज़गार देता है, उसके मापदंड होते हैं कि जो ये व्यक्ति जो है वो करेगा उसको दिए जाएंगे। मेरा ये कहना है कि हमारे यहाँ पे सारी चीज़ें, चाहे किसी को अलॉटमेंट का विषय है, चाहे वो कोई ग्रांट का विषय, वो ट्रांसपेरेंट ढंग से किया जाता है। उसमें लेने के समान अवसर, हमारा जो मतलब हमारी बीजेपी की सरकार का, तभी तो पिछले 9 साल में कोई आरोप इस प्रकार का नहीं लगा। अडानी की बात कर रहे हैं, बैंकों ने आज कह दिया, रिजर्व बैंक ने कह दिया कि लोन अगर दिए गए हैं तो पूरे मापदंड को फॉलो करके दिए गए हैं।
तो बाकी कोई भी ले सकता है, कोई भी काम कर सकता है, इसमें क्या है। सर टैक्स स्लैब में सिर्फ 50,000 की छूट दी गई है। देखिए आप टैक्स स्लैब में तो आप जो है ना जी वो बड़ी टैक्स स्लैब में छूट बहुत ज़्यादा, मैं आपको कंपैरिजन भेज दूंगा, आप उसको देख के बात करिएगा, इस पे विस्तार से चर्चा दोबारा करेंगे, बहुत फायदा। एयरपोर्ट बंद पड़ा काफी टाइम से, उसके लिए क्या प्रयास? देखिए पठानकोट एयरपोर्ट की जो बंद रहने वाली बात है, हम सब ने, हमारे सांसद सनी देओल जी ने, अश्विनी शर्मा जी ने, हमारी भारतीय जनता पार्टी ने बहुत प्रयास इसमें किए। मैं व्यक्तिगत तौर पे जो है ना जी ये सबको बल्कि कहता भी रहता हूँ कि आओ मिलकर इस दृष्टि में प्रयास करें, लेकिन बहुत सारी चीज़ें आजकल जो है ना वो ट्रैफिक पे डिपेंडेंट हो गई। ये हम लोगों पे डिपेंड करता है कि हम इस बार जो प्रयास करें उसके लिए बहुत सारे लोग लगे हैं, हमारे लोग भी लगे हैं, मुझे लगता है इसका कोई सकारात्मक कोई पॉजिटिव रिजल्ट निकलेगा। सर यूथ को 2 करोड़ नौकरी देने का वादा जो है वो सरकार के द्वारा किया गया, लेकिन इस बजट में कोई भी जिक्र नहीं किया गया। देखिए ऐसा है, सरकार की नौकरियां देने का काम, अभी भी 1 लाख नौकरियां जो है ना जी वो अभी पिछले महीने जनवरी में जो है प्रधानमंत्री ने उनको अपॉइंटमेंट लेटर्स दिए। मेरा ये कहना है कि जो एम्प्लॉयमेंट के अवसर मिलना, अपॉर्चुनिटीज़ मिलना, ये इस बजट की सबसे बड़ी बात है। आप 2 करोड़ कह रहे हो, इससे ज़्यादा नौकरियां देने वाले बनेंगे, नौकरियां लेने वाले के अलावा जो है ये काम जो है इसमें होगा। इकोनॉमी को एक स्टेबलाइज करना, ये एक बहुत बड़ी उपलब्धि इस बजट की आने वाले समय में आप सब लोग देखोगे। सर आम आदमी पार्टी की दीपक गोयल की गिरफ्तारी हुई है, पाकिस्तान से कनेक्शन जो है वो सामने आया है, क्या कहेंगे आम आदमी पार्टी के नेता दिन ब दिन ऐसी वारदातों में पकड़े हुए नजर आ रहे हैं? आज बजट की बात करें, मैंने तो डिलीट हो जाएगी बजट की बात करें। महंगाई की मार पर अब होगा वार। पठानकोट में पहली बार डिजाइनर सूट्स, कुर्तीज और फैब्रिक्स, सबसे सस्ता सबसे अच्छा। डिफेंस रोड, ममून, पठानकोट। कॉन्टैक्ट 9614196141। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स, सबसे सस्ता सबसे अच्छा। डिफेंस रोड, ममून, पठानकोट। कॉन्टैक्ट 9614196141।